ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਮਨਦੀਪ ਸਿੰਘ ਵੱਲੋਂ ਪਰ ਲੈ ਕੇ ਹਾਜ਼ਰ ਹਾਂ D5 ਚੈਨਲ ਪੰਜਾਬੀ ਦਾ ਪੰਜਾਬ ਬੁਲਟਨ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ। ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਦਿੱਤਾ ਭਾਸ਼ਣ। ਪ੍ਰਤਾਪ ਬਾਜਵਾ ਨੇ ਚੁੱਕੇ ਸਵਾਲ। ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਪਾਰਟੀ ਵੱਲੋਂ ਵਾਕਆਊਟ। ਰਾਜਪਾਲ ਦੇ ਮੇਰੀ ਸਰਕਾਰ ਸ਼ਬਦ ਤੇ ਚੁੱਕੇ ਸਵਾਲ। ਰਾਜਾ ਵੜਿੰਗ ਨੇ ਵੀ ਦਿੱਤਾ ਆਪਣਾ ਪ੍ਰਤੀਕਰਮ। ਭਾਈ ਅੰਮ੍ਰਿਤਪਾਲ ਪਹੁੰਚੇ ਸ੍ਰੀ ਅੰਮ੍ਰਿਤਸਰ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ। ਕਿਹਾ ਪੰਥਕ ਮੁੱਦਿਆਂ ਤੇ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਹੋਈ ਵਿਚਾਰ ਚਰਚਾ। ਪੰਜਾਬ ਸਰਕਾਰ ਵੱਲੋਂ ਟ੍ਰੇਨਿੰਗ ਲਈ 30 ਪ੍ਰਿੰਸੀਪਲਾਂ ਦਾ ਦੂਜਾ ਬੈਚ ਸਿੰਗਾਪੁਰ ਲਈ ਰਵਾਨਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹਰੀ ਝੰਡੀ। ਕਿਹਾ ਇੱਕ 5 ਮੈਂਬਰੀ ਕਮੇਟੀ ਕਰਦੀ ਪ੍ਰਿੰਸੀਪਲਾਂ ਦੀ ਚੋਣ। ਹੁਣ ਖਬਰਾਂ ਵਿਸਤਾਰ ਨਾਲ। ਅੱਜ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਗਵਰਨਰ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੰਗਾਮਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਤੁਸੀਂ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕਰ ਰਹੇ ਹੋ, ਪਰ ਸਰਕਾਰ ਤਾਂ ਤੁਹਾਨੂੰ ਇਹ ਜਾਣਕਾਰੀ ਨਹੀਂ ਦਿੰਦੀ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਪਹਿਲਾ ਦਿਨ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਦੇ ਨਾਲ ਵਿਧਾਨ ਸਭਾ ਸਦਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਆਪਣੇ ਭਾਸ਼ਣ ਦੌਰਾਨ ਰਾਜਪਾਲ ਵਿਚਾਲੇ ਹੀ ਰੁਕ ਗਏ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੰਗਾਮਾ ਕਰ ਦਿੱਤਾ। ਉਹਨਾਂ ਕਿਹਾ ਕਿ ਤੁਸੀਂ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕਰ ਰਹੇ ਹੋ, ਪਰ ਇਹ ਸਰਕਾਰ ਤਾਂ ਤੁਹਾਨੂੰ ਹੀ ਜਾਣਕਾਰੀ ਨਹੀਂ ਦਿੰਦੀ। ਤਾਂ ਇਸ ਮੁੱਦੇ ਤੇ ਰਾਜਪਾਲ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਸਰਕਾਰ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਵੇਗੀ। My government has launched a flagship program, School of Eminence, on 21st January 2023. An international education affairs cell has been established to provide world-class training to teachers, school heads and educational administration working at different levels in the school education department. First batch of trainees consisting of 33 principals, education officers has been sent to Principal Academy, Singapore from 5th February 23 to 11th February 23 for 5 days leadership development program. Sir, continue. On the principles, criteria of structure of principles and that. ਤੁਸੀਂ ਪਹਿਲੀ ਚਿੱਠੀ ਇਹ ਪਾਈ ਸੀ ਸਾਡੇ ਕਿ ਮੈਨੂੰ ਪ੍ਰਿੰਸੀਪਲਸ ਤੇ ਜਿਹੜੇ ਹੈਡਮਾਸਟਰ ਚੂਜ਼ ਕਰਦੇ ਉਹਨਾਂ ਦਾ ਕ੍ਰਾਈਟੇਰੀਆ ਕੀ ਤੁਹਾਨੂੰ ਦੱਸ। One thing, this is the speech of the governor. No, one thing. Honorable sir, I have suggested them. You see, Caesar, नहीं भाई ये करेंगे ना। वन थिंग, आप मेरी बात सुनिएगा मेंबर साहब। क्या है, मैंने पहले ही बोला है ना, that Caesar's wife should not only be above suspicion but should be seen to be so. That I have told him and I think they will agree to me. Whatever, they will agree. Let me complete my speech. They have insisted that I must use the word my government. So I am confident that after that, whatever information I am asking, they will submit to me. After my speech, you have enough time to discuss and argue everything. Please argue in your debates, all those points, not here now. ਦੱਸਣਯੋਗ ਹੈ ਕਿ ਪ੍ਰਤਾਪ ਬਾਜਵਾ ਅਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਦੌਰਾਨ ਆਪਣਾ ਰੋਲਾ ਰੱਪਾ ਜਾਰੀ ਰੱਖਿਆ। ਰਾਜਪਾਲ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਚੁੱਪ ਕਰਕੇ ਬੈਠ ਜਾਣ ਅਤੇ ਉਹਨਾਂ ਨੂੰ ਪੂਰਾ ਭਾਸ਼ਣ ਪੜ੍ਹ ਲੈਣ ਦੇਣ, ਕਿਉਂਕਿ ਉਹ ਬਾਅਦ ਦੇ ਵਿੱਚ ਸਦਨ ਅੰਦਰ ਆਪਣਾ ਮੁੱਦਾ ਚੁੱਕ ਸਕਦੇ ਨੇ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ਦੇ ਵਿੱਚੋਂ ਵਾਕਆਊਟ ਕਰ ਦਿੱਤਾ ਗਿਆ ਅਤੇ ਸਦਨ ਦੇ ਵਿੱਚ ਸਿੰਗਾਪੁਰ ਭੇਜੇ ਗਏ ਪ੍ਰਿੰਸੀਪਲਾਂ ਦੇ ਮੁੱਦੇ ਤੇ ਵੀ ਹੰਗਾਮਾ ਹੁੰਦਾ ਵਿਖਾਈ ਦਿੱਤਾ। ਦੂਜੇ ਪਾਸੇ ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਪਾਰਟੀ ਵੱਲੋਂ ਵਾਕਆਊਟ ਕਰ ਦਿੱਤਾ ਗਿਆ। ਇਸ ਦੌਰਾਨ ਸਦਨ ਤੋਂ ਬਾਹਰ ਜਾ ਕੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਦੇ ਮੇਰੀ ਸਰਕਾਰ ਸ਼ਬਦ ਤੇ ਇਤਰਾਜ਼ ਜਤਾਇਆ। ਉੱਥੇ ਹੀ ਉਹਨਾਂ ਨੇ ਮਾਨ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਨੇ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸ਼ੁਰੂਆਤ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਦੇ ਨਾਲ ਸ਼ੁਰੂ ਹੋ ਚੁੱਕੀ ਹੈ, ਪਰ ਅੱਜ ਇਸ ਬਜਟ ਇਜਲਾਸ ਦੇ ਪਹਿਲੇ ਹੀ ਦਿਨ ਸਦਨ ਦੇ ਵਿੱਚ ਹੰਗਾਮਾ ਹੁੰਦਾ ਵਿਖਾਈ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੰਗਾਮਾ ਕਰ ਦਿੱਤਾ ਅਤੇ ਕਿਹਾ ਕਿ ਤੁਸੀਂ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕਰ ਰਹੇ ਹੋ, ਪਰ ਇਹ ਸਰਕਾਰ ਤਾਂ ਤੁਹਾਨੂੰ ਹੀ ਜਾਣਕਾਰੀ ਨਹੀਂ ਦਿੰਦੀ।
ਜਿਸ ਤੋਂ ਬਾਅਦ ਸਦਨ ਦੇ ਵਿੱਚ ਕਾਫੀ ਹੰਗਾਮਾ ਹੋਇਆ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਸਦਨ ਦੇ ਵਿੱਚੋਂ ਵਾਕ ਆਊਟ ਕਰ ਦਿੱਤਾ ਗਿਆ। ਸਦਨ ਤੋਂ ਬਾਹਰ ਆਉਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਕਾਰ ਤੇ ਕਈ ਸਾਰੇ ਇਲਜ਼ਾਮ ਲਗਾਏ ਨੇ। ਮੈਂ ਸਿੱਧਾ ਹੀ ਸਰਕਾਰ ਕਹਿ ਦੇਣ ਤੋ ਇਹ ਗੱਲ ਸੋ ਇਹ ਗਵਰਨਰ ਐਡਰੈਸ ਇਹ ਕੰਪਲੀਟ ਫੇਲਡ ਗਵਰਨਮੈਂਟ ਹੈ ਜਿਹਦਾ ਮਾਂ-ਬਾਪ ਜਿਹੜਾ ਗਵਰਨਰ ਹੁੰਦਾ ਹੈ ਜਿਹਦੇ ਨਾਂ ਤੇ ਸੈਸ਼ਨ ਕਾਲ ਕੀਤਾ ਜਾਂਦਾ ਜਿਹੜਾ ਐਡਰੈਸ ਗਵਰਨਰ ਦੇ ਐਡਰੈਸ ਨੂੰ ਕਰ ਉਹੀ ਸਰਕਾਰ ਨੂੰ ਆਪਣੀ ਨੂੰ ਕਬੂਲਣ ਨੂੰ ਤਿਆਰ ਨਹੀਂ ਤੇ ਇਹੋ ਜਿਹੇ ਐਡਰੈਸ ਨੂੰ ਅਸੀਂ ਕਿਸ ਤਰ੍ਹਾਂ ਕਬੂਲ ਲਈਏ ਆਪੋਜੀਸ਼ਨ। That's why you have walked out from. We have walked out basically that means ਇਹ ਸਾਰਾ ਧੱਕੇ ਨਾਲ ਇਹ ਜਿਹੜਾ ਪੋਥਾ ਜਿਹੜਾ ਦਿੱਤਾ ਗਿਆ ਅੱਜ ਗਵਰਨਰ ਦੇ ਇਹ ਝੂਠ ਦਾ ਪੋਥਾ। ਜਦੋਂ ਗਵਰਨਰ ਸਾਹਿਬ ਖੁਦ ਇਸ ਗੱਲ ਨੂੰ ਕਬੂਲ ਕਰਨ ਨੂੰ ਤਿਆਰ ਨਹੀਂ ਆਪਣੇ ਗਵਰਨਰ ਦੇ ਐਡਰੈਸ ਨੂੰ that means ਹੀ ਇਹਦੇ 'ਚ ਬਹੁਤ ਸਾਰੇ ਕੰਸਰਨਸ ਨੇ। ਪਹਿਲੇ ਤੇ ਹੈਡਮਾਸਟਰ ਪ੍ਰਿੰਸੀਪਲਸ ਵਾਲਾ 10ਵੇਂ ਨੰਬਰ ਤੇ ਹੈ। ਉਹਨਾਂ ਪੁੱਛਿਆ ਕ੍ਰਾਈਟੇਰੀਆ ਦੱਸੋ ਇਹ ਕਿਸ ਤਰ੍ਹਾਂ ਘੱਲੇ ਨੇ ਅੱਜ ਦੂਜਾ ਬੈਚ ਘੱਲ ਦਿੱਤਾ ਕ੍ਰਾਈਟੇਰੀਆ ਦੱਸਣ ਨੂੰ ਤਿਆਰ ਨਹੀਂ। ਅਸੀਂ ਵੀ ਮੰਗਨੇ ਆ। ਇਸ ਦੌਰਾਨ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਹ ਗੱਲ ਆਖੀ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਖੁਦ ਇਸ ਮਾਮਲੇ ਦੇ ਵਿੱਚ ਚੁਸਕੀਆਂ ਲੈਂਦੇ ਹੋਏ ਵਿਖਾਈ ਦਿੱਤੇ ਨੇ। देखो गवर्नर एड्रेस जब पढ़ रहे थे गवर्नर साहब तो उन्होंने कहा टिप्पा टिप्पणी में कि माई गवर्नमेंट यानी कि मेरी सरकार, तो हमने उसका खड़े होके पॉइंट ऑफ ऑर्डर कहकर हमने अपनी बात रखी कि आप रोजाना तो आपकी लड़ाई चल रही है, आपको कोई गवर्नर मानने के लिए तैयार नहीं है। आप कह रहे हैं मेरी सरकार। साहब ने ये कहा कि ठीक है मैं मेरी सरकार नहीं कहूँगा, मैं सरकार कहूँगा। तो इतने में आदरणीय मुख्यमंत्री साहब भटक गए। उन्होंने कहा कि भाई नहीं कैसे नहीं कहोगे आपको तो कहना चाहिए, हमने लिखा है। तो उन्होंने कहा कि ये पहली बार मैं गवर्नर नहीं हूँ, कई बार पहले भी गवर्नर रहा हूँ और कई जगह पर गवर्नमेंट और सरकार भी कहता हूँ। तो उन्होंने कहा नहीं यहाँ पर माई गवर्नमेंट लिखा है, कैबिनेट ने अप्रूव किया तो आपको। उन्होंने फिर कहा कि चलो मैं पढ़ लेता हूँ, मैं माई गवर्नमेंट पढ़ लेता हूँ। मेरे कहने का मतलब कि गवर्नर साहब भी कहीं ना कहीं सेशन में तो आ गए पढ़ने के लिए, लेकिन चुस्कियां ले रहे थे गवर्नर साहब। वो चाहते थे कि इस प्रकार का बात रखी जाए, ये उनकी मन की इच्छा थी और इसलिए उन्होंने कहा कि नहीं मेरी सरकार नहीं, मेरी सरकार नहीं, मैं सरकार नहीं। गवर्नर साहब मजबूरी के तौर पर एक गवर्नर एड्रेस पढ़ रहे हैं, ना कि कस्टोडियन होने के नाते वो गवर्नर एड्रेस पढ़ रहे हैं। ਇੱਥੇ ਦੱਸਣਯੋਗ ਹੈ ਕਿ ਆਪਣੇ ਭਾਸ਼ਣ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵੱਲੋਂ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕੀਤੀ ਗਈ ਸੀ, ਜਿਸ ਦਾ ਵਿਰੋਧੀਆਂ ਨੇ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਤੁਸੀਂ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕਰ ਰਹੇ ਹੋ ਪਰ ਇਹ ਸਰਕਾਰ ਤਾਂ ਤੁਹਾਨੂੰ ਹੀ ਜਾਣਕਾਰੀ ਨਹੀਂ ਦਿੰਦੀ। ਤਾਂ ਇਸ ਮਾਮਲੇ ਦੇ ਵਿੱਚ ਰਾਜਪਾਲ ਨੇ ਹੀ ਗੱਲ ਆਖੀ ਸੀ, ਮੈਨੂੰ ਉਮੀਦ ਹੈ ਕਿ ਹੁਣ ਸਰਕਾਰ ਜੋ ਕੁਝ ਵੀ ਮੈਂ ਪੁੱਛਾਂਗਾ ਉਹਨਾਂ ਸਾਰਿਆਂ ਦਾ ਜਵਾਬ ਮੈਨੂੰ ਜ਼ਰੂਰ ਦੇਵੇਗੀ। ਬਜਟ ਇਜਲਾਸ ਦੇ ਪਹਿਲੇ ਹੀ ਦਿਨ ਹੋਏ ਵੱਡੇ ਹੰਗਾਮੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਇਸ ਹੰਗਾਮੇ ਦੀ ਨਿੰਦਾ ਕੀਤੀ ਹੈ ਤੇ ਕਿਹਾ ਕਿ ਵਿਰੋਧੀਆਂ ਵੱਲੋਂ ਸੰਵਿਧਾਨਿਕ ਰੀਤਾਂ ਨੂੰ ਠੇਸ ਪਹੁੰਚਾਈ ਗਈ ਹੈ। ਨਾਲ ਹੀ ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨਾਲ ਖੇਡੇਗਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਇਜਲਾਸ ਦੇ ਪਹਿਲੇ ਹੀ ਦਿਨ ਸਦਨ ਦੇ ਵਿੱਚ ਹੰਗਾਮਾ ਹੁੰਦਾ ਵਿਖਾਈ ਦਿੱਤਾ ਹੈ। ਹਾਲਾਂਕਿ ਅੱਜ ਬਜਟ ਸੈਸ਼ਨ ਦੇ ਵਿੱਚ ਘੱਟ ਹੰਗਾਮਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਪਰ ਵਿਰੋਧੀ ਧਿਰਾਂ ਨੇ ਇਸ ਸਾਰੀਆਂ ਸੰਭਾਵਨਾਵਾਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ। ਰਾਜਪਾਲ ਦੇ ਭਾਸ਼ਣ ਦੌਰਾਨ ਜੋ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਹੰਗਾਮਾ ਕੀਤਾ ਗਿਆ ਉਸ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਿਖੇਧੀ ਕੀਤੀ ਹੈ। ਪਾਰਲੀਮੈਂਟਰੀ ਹਿਸਟਰੀ ਦੇ ਵਿੱਚ ਤੇ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਅੱਜ ਬੜਾ ਹੀ ਇੱਕ ਮੰਦਭਾਗਾ ਹੋਇਆ ਜੋ ਕਦੀ ਵੀ ਨਹੀਂ ਹੁੰਦਾ। ਗਵਰਨਰ ਐਡਰੈਸ ਹੁੰਦਾ ਜੋ ਗਵਰਨਰ ਸਾਹਿਬ ਹਰ ਸਾਲ ਦੀ ਸ਼ੁਰੂਆਤ ਦੇ ਵਿੱਚ ਤੇ ਜਦੋਂ ਵੀ ਨਵੀਂ ਸਰਕਾਰ ਦਾ ਗਠਨ ਹੁੰਦਾ ਉਹਦੇ ਤੇ ਇੱਕ ਐਡਰੈਸ ਹੈ। ਇਹ ਕਨਸਟੀਟਿਊਸ਼ਨਲ ਪ੍ਰੋਸੀਜਰ ਹੈ, ਇਹ ਸੰਵਿਧਾਨਕ ਰੀਤਾਂ ਨੇ ਤੇ ਜਿਹੜੀ ਸੰਵਿਧਾਨਿਕ ਰੀਤਾਂ ਨੂੰ ਅੱਜ ਜਿਹੜੀ ਠੇਸ ਪਹੁੰਚਾਈ ਹੈ ਤੇ ਉਹਨਾਂ ਲੋਕਾਂ ਨੇ ਪਹੁੰਚਾਈ ਹੈ ਜਿਨ੍ਹਾਂ ਪੰਜਾਬ ਨੂੰ ਰੱਜ ਕੇ ਲੁੱਟਿਆ, ਜਿਨ੍ਹਾਂ ਨੂੰ ਮੌਕਾ ਮਿਲਿਆ ਸੀਗਾ ਪੰਜਾਬ ਦੇ ਵਿੱਚ ਸਕੂਲ ਬਣਾਉਣ ਦਾ, ਪੰਜਾਬ ਦੇ ਵਿੱਚ ਹਸਪਤਾਲ ਬਣਾਉਣ ਦਾ, ਪੰਜਾਬ ਦੇ ਵਿੱਚ ਇੰਡਸਟਰੀ ਲੈ ਕੇ ਆਉਣ ਦਾ, ਆਪਣੀ ਵਾਰੀਆਂ ਦੇ ਵਿੱਚ ਰੱਜ ਕੇ ਲੁੱਟਿਆ। ਤੇ ਹੁਣ ਜਦੋਂ ਪੰਜਾਬ ਨੂੰ ਇੱਕ ਇਮਾਨਦਾਰ ਸਰਕਾਰ ਮਿਲੀ ਹੈ, ਜਦੋਂ ਪੰਜਾਬ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਤਾਂ ਉਹ ਗਵਰਨਰ ਐਡਰੈਸ ਤੇ ਵੀ ਉਹਨਾਂ ਨੂੰ ਅੱਜ ਜਿਹੜਾ ਇਤਰਾਜ਼ ਹੈ ਉਸ ਤੋਂ ਬਾਅਦ ਗਵਰਨਰ ਦੇ ਐਡਰੈਸ ਤੇ ਬਹਿਸ ਹੋਣੀ ਹੈ। ਜੋ ਮਰਜ਼ੀ ਕਰੋ, ਜਿਹੜੇ ਤੁਸੀਂ ਤੱਥ ਰੱਖਣੇ ਆ, ਜੋ ਤੁਸੀਂ ਝੂਠ ਬੋਲਣਾ ਰੱਜ ਕੇ ਬੋਲੋ,
ਪਰ ਇੱਕ ਅਨਕਨਸਟੀਟਿਊਸ਼ਨਲ ਇਹ ਕੰਮ ਹੋਇਆ, ਡਾਊਟ ਕਲੀਅਰ ਕਰ ਦਿੱਤਾ। ਦੇਸ਼ ਦੀ ਸਰਵੋੱਚ ਅਦਾਲਤ ਦੇ ਸਰਵੋੱਚ ਬੈਂਚ ਨੇ, ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਕਿ ਜੀ ਇਹ ਜਿਹੜਾ ਹੈ ਕੋਈ ਵੀ ਕੈਬਨਿਟ ਜੋ ਕਰ ਦਿੰਦਾ ਹੈ, the governor has to act on the aid and advice of the council of ministers. This is very clear. तो डेमोक्रेसी है वो खतरे में है, चाहे कोई भी ऑपोजिशन पार्टीज हो। आप देखिए दो तरह के नेता हैं, एक वो नेता है जो जब बीजेपी में जाते हैं, हेमंत बिस्वा शर्मा, नारायण राणे, तो वो मुख्यमंत्री मंत्री बन जाते हैं। उनके ऊपर हज़ारों करोड़ के घपले के इल्ज़ाम थे, ईडी के बार बार सम्मन आते थे। मनजिंदर सिरसा भी उस लिस्ट में शामिल हैं जिनको ईडी ने सम्मन किया। जैसे ही वो भाजपा ज्वाइन करते हैं, वो भाजपा में मुख्यमंत्री बन गए, मंत्री बन गए, अच्छे अच्छे एमपी बन गए, उनके ऊपर कोई कार्रवाई नहीं, घंटों में केस रद्द हो गए। और जिस शख्स ने दिल्ली में सरकारी स्कूल बदल दिए, मनीष सिसोदिया जी, मैं उनके परिवार से भी मिलकर है, उनकी पत्नी की तबीयत भी बिल्कुल ठीक नहीं रहती, काफ़ी सेहत ख़राब है, उस शख्स को उठाकर जेल में डाल दिया। एक सिटिंग डिप्टी चीफ मिनिस्टर को उठाकर जेल में डाल दिया। ये साफ दो चेहरा। और इसी के अफसोस ये है, पर मैं राहुल गांधी जी से ये बेनती करना चाहूँगा, अफसोस ये है कि उनके ही साथी यहाँ पंजाब कांग्रेस एक्ट नहीं कर रही, यहाँ पंजाब में कांग्रेस बीजेपी की ए भी नहीं, क्योंकि बी नहीं ए टीम बन करी, क्योंकि बीजेपी के तो कोई एमएलए है ही नहीं। दूसरा बैच ऑफ प्रिंसिपल्स वो सिंगापुर गया है, 30 प्रिंसिपल्स और, तो अभी तक 66 टोटल प्रिंसिपल्स सिंगापुर जा चुके हैं। ये वाला जो बैच गया है वो नेशनल इंस्टीट्यूट ऑफ एजुकेशन NIE, जो देश पूरे दुनिया में जिसका नाम है वहाँ गया है। और इन सब प्रिंसिपल्स पूरे पंजाब के अलग अलग हिस्सों में नेशनल अवार्डीज़ हैं, स्टेट अवार्डीज़ हैं, वो गए हैं और ये सिलसिला जारी है। पंजाब को में एक बहुत मजबूत सरकार है, एक ऐसे मुख्यमंत्री हैं जो अब तक की पंजाब के इतिहास में सबसे ईमानदार हैं, सबसे स्ट्रॉन्ग हैं। तो मैं कोई भी ऐसा शख्स जो पंजाब की अमन शांति से खेलना चाहेगा, जो पंजाब की आपसी भाईचारे से खेलना चाहेगा, हमारे मुख्यमंत्री बर्दाश्त नहीं करेंगे। ਇੱਥੇ ਦੱਸਣਯੋਗ ਹੈ ਕਿ ਪੰਜਾਬ ਦੀ ਮਾਨ ਸਰਕਾਰ ਦਾ ਇਹ ਪਹਿਲਾ ਬਜਟ ਹੈ ਅਤੇ ਅੱਜ ਇਸ ਪਹਿਲੇ ਬਜਟ ਦੇ ਪਹਿਲੇ ਹੀ ਦਿਨ ਕਾਫੀ ਹੰਗਾਮਾ ਹੁੰਦਾ ਵਿਖਾਈ ਦਿੱਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਦੀਆਂ ਨਜ਼ਰਾਂ ਹੁਣ ਇਸ ਬਜਟ ਸੈਸ਼ਨ ਤੇ ਟਿਕੀਆਂ ਹੋਣਗੀਆਂ। ਹੁਣ ਵੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਅਗਲੇ ਦਿਨਾਂ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਮਾਨ ਸਰਕਾਰ ਨੂੰ ਕਿਹੜੇ ਮੁੱਦਿਆਂ ਤੇ ਘੇਰਿਆ ਜਾਂਦਾ ਹੈ। ਹੁਣ ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਦੇ ਵੱਲ। ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ। ਆਪਣੇ ਸੁਰੱਖਿਆ ਮੁਲਾਜ਼ਮਾਂ ਅਤੇ ਹਥਿਆਰਾਂ ਨਾਲ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਅੰਮ੍ਰਿਤਪਾਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਆਉਣਾ ਹਰ ਇੱਕ ਸਿੱਖ ਦਾ ਫਰਜ਼ ਹੈ। ਇਸ ਦੌਰਾਨ ਉਹਨਾਂ ਆਪਣੀ ਜਾਨ ਨੂੰ ਖਤਰਾ ਹੋਣ ਦੇ ਸਵਾਲ ਦੇ ਉੱਤੇ ਕਿਹਾ ਕਿ ਮੈਨੂੰ ਕੋਈ ਖਤਰਾ ਨਹੀਂ, ਸਗੋਂ ਏਜੰਸੀਆਂ ਨੂੰ ਖਤਰਾ ਹੋ ਸਕਦਾ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਦਰਮਿਆਨ ਅੰਮ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਤੇ ਜੋ ਹਮਲਾ ਹੋਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਏਜੰਸੀਆਂ ਨੂੰ ਹੀ ਖਤਰਾ ਹੋ ਸਕਦਾ ਹੈ, ਸਾਨੂੰ ਕੋਈ ਖਤਰਾ ਨਹੀਂ ਹੈ। ਦੇਖੋ ਜਾਨ ਨੂੰ ਖਤਰਾ ਚਲੋ ਜਿੱਦਣ ਮਹਾਰਾਜ ਨੇ ਉਹ ਕਹਿੰਦੇ ਨਾ ਵੀ ਜਿੱਦਣ ਆਈ ਹੈ ਕਿਸੇ ਦੀ ਉਹਨੂੰ ਕੋਈ ਰੋਕ ਨਹੀਂ ਸਕਦਾ ਹੈ। ਜਿਸ ਦਾ ਸਾਹਿਬ ਡਾਢਾ ਹੋਵੇ ਤੇ ਉਸਨੂੰ ਮਾਰ ਨਾ ਸਕੇ ਕੋਈ, ਜਿਹਦਾ ਸਾਹਿਬ ਡਾਢਾ ਹੈ ਜਿੰਨਾ ਚਿਰ ਸਤਿਗੁਰ ਨੇ ਸਵਾਸ ਲਿਖੇ ਉਹਨੇ ਪੂਰੇ ਕਰਨੇ ਆ। ਸੋ ਮੈਨੂੰ ਲੱਗਦਾ ਇਹਨਾਂ ਗੱਲਾਂ ਦੀ ਫਿਕਰ ਸਦੋਂ ਸਤਿਗੁਰ ਨੂੰ ਹੈਗੀ ਹੈ। ਜਾਨ ਨੂੰ ਖਤਰਾ ਜਿਹੜੀ ਏਜੰਸੀਆਂ ਕਹਿੰਦੀਆਂ ਉਹਨਾਂ ਦਾ ਹੀ ਖਤਰਾ ਹੋ ਸਕਦਾ, ਸਾਨੂੰ ਹੋਰ ਕਿਸੇ ਨੇ ਸਾਨੂੰ ਕੀ ਕਰਨਾ। ਇਸ ਦੌਰਾਨ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਵੇ। ਨਾਲ ਹੀ ਉਹਨਾਂ ਇਹ ਵੀ ਸੰਕੇਤ ਦਿੱਤੇ ਨੇ ਕਿ ਅੱਜ ਉਹਨਾਂ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ। ਦੇਖੋ ਹਰਿਮੰਦਰ ਸਾਹਿਬ ਮੈਨੂੰ ਲੱਗਦਾ ਵੀ ਆਉਣਾ ਹਰ ਸਿੱਖ ਦਾ ਫਰਜ਼ ਹੈ। ਅਸੀਂ ਸਤਿਗੁਰ ਸੱਚੇ ਪਾਤਸ਼ਾਹ ਸ਼ੁਕਰਾਨਾ ਉਦਨ ਕਰਨਾ ਸੀ, ਅੱਜ ਫਿਰ ਮੱਥਾ ਟੇਕਣ ਦਾ ਜਿਹੜਾ ਇਰਾਦਾ ਸੀ ਉਹ ਅੱਜ ਦਰਸ਼ਨ ਮੇਲੇ ਕਰਨਾ ਹੈ। ਨਹੀਂ ਜਥੇਦਾਰ ਸਾਹਿਬ ਜੇ ਹੋਏ ਤਾਂ ਜ਼ਰੂਰ ਅਸੀਂ ਦਰਸ਼ਨ ਮੇਲੇ ਉਹਨਾਂ ਦਾ ਵੀ ਕਰਾਂਗੇ, ਕਿਉਂਕਿ ਸਾਡਾ ਵਿਸ਼ਾ ਤੇ ਵੈਸੇ ਮੱਥਾ ਟੇਕਣ ਦਾ ਹੀ ਆ। ਅਸੀਂ ਅੱਗੇ ਵੀ ਆਉਂਦੇ ਜਥੇਦਾਰ ਸਾਹਿਬ ਬਹੁਤੀ ਵਾਰ ਇੱਥੇ ਨਹੀਂ ਹੁੰਦੇ, ਜੇ ਅੱਜ ਹੋਏ ਤਾਂ ਹੋ ਸਕਦਾ ਮੁਲਾਕਾਤ ਵੀ ਹੋ ਜਾਵੇ। ਹੋਰ ਤਾਂ ਹੋਰ ਅੰਮ੍ਰਿਤਪਾਲ ਸਿੰਘ ਨੇ ਦਰਬਾਰ ਸਾਹਿਬ ਦੇ ਵਿੱਚ ਹਥਿਆਰ ਲਿਆਉਣ ਅਤੇ ਆਪਣੇ ਆਪ ਦੇ ਭਾਰਤੀ ਨਾ ਹੋਣ ਨੂੰ ਲੈ ਕੇ ਵੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਉਹ ਆਪਾਂ ਨੂੰ ਗੁਰਦੁਆਰੇ ਦੀ ਪਰਿਭਾਸ਼ਾ ਨੂੰ ਸਮਝਣਾ ਚਾਹੀਦਾ। ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਰਾਜਸੀ ਤਾਕਤ ਜਿਹੜੀ ਆ ਉਹਦਾ ਮੁਜੱਸਮਾ ਹੈ। ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਵਾ ਸਾਨੂੰ ਜਿਹੜਾ ਮੀਰੀ ਤੇ ਪੀਰੀ ਦਾ ਸਿਧਾਂਤ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਸ਼ਸਤਰਾਂ ਦੇ ਪ੍ਰਕਾਸ਼ ਕੀਤੇ ਨੇ, ਗੁਰੂ ਸਾਹਿਬ ਦੇ ਸਾਹਮਣੇ ਸ਼ਸਤਰਾਂ ਦਾ ਪ੍ਰਕਾਸ਼। ਮੇਰੇ ਖਿਆਲ ਨਾਲ ਇੱਕ ਖੁਸ਼ੀ ਦੀ ਗੱਲ ਹੈ ਸਿੱਖਾਂ ਵਾਸਤੇ ਵੀ ਅਸੀਂ ਆਪਣੀ ਰਵਾਇਤ ਵੱਲ ਮੋੜ ਰਹੇ ਹਾਂ।
ਔਰ ਜਿਹਨੂੰ ਨਹੀਂ ਸਮਝ ਆਉਂਦੀ ਉਹਨੂੰ ਇਹ ਸਮਝਣਾ ਚਾਹੀਦਾ ਵੀ ਸਿੱਖੀ ਇੱਕ ਵੱਖਰਾ ਧਰਮ ਹੈ। ਇਸੇ ਗੱਲ ਦੀ ਤਾਂ ਮੁਸ਼ਕਲ ਹੈ, ਲੋਕ ਸਾਨੂੰ ਡਿਫਾਈਨ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਉਹ 'ਤੇ ਸਾਰੀ ਪ੍ਰੋਬਲਮ ਖੜੀ ਹੋ ਰਹੀ। ਨਹੀਂ, ਮੈਂ ਪੰਜਾਬ ਦਾ ਵਾਸੀ ਹਾਂ। ਪੰਜਾਬ 'ਚ ਜਿਹਨੇ ਨਹੀਂ, ਜਿਹੜਾ ਪੰਜਾਬ ਦਾ ਆਪਣੇ ਆਪ ਨੂੰ ਪੰਜਾਬੀ ਨਹੀਂ ਮੰਨਦਾ ਉਹ ਬਾਹਰ ਜਾਵੇ ਇੱਥੋਂ। ਅਸੀਂ ਕਿਉਂ ਬਾਹਰ ਜਾਈਏ? ਸਾਡੀ ਧਰਤੀ ਹੈ। ਅਸੀਂ ਹੁਣ ਇੱਥੇ ਕਾਗਜ਼ਾਂ ਪੱਤਰਾਂ ਕਰਕੇ ਥੋੜੀ ਸਾਡੀ ਧਰਤੀ, ਸਾਡੇ ਪੁਰਖਿਆਂ ਲਹੂ ਡੋਲਿਆ, ਉਹ ਤੋਂ ਵੱਡਾ ਕਿਹੜਾ ਕਾਗਜ਼ ਹੁੰਦਾ? ਸੋ ਜਿਹਨੂੰ ਤੰਗੀ ਹੋ ਜਾਵੇ ਬਾਹਰ, ਅਸੀਂ ਕਿੱਥੋਂ ਜਾਣਾ? ਇੱਥੇ ਦੱਸਣਯੋਗ ਹੈ ਕਿ ਖੁਫੀਆ ਏਜੰਸੀਆਂ ਨੂੰ ਇੱਕ ਇਨਪੁਟ ਪ੍ਰਾਪਤ ਹੋਈ ਸੀ ਕਿ ਅੰਮ੍ਰਿਤਪਾਲ ਸਿੰਘ ਤੇ ਹਮਲਾ ਹੋ ਸਕਦਾ ਹੈ ਅਤੇ ਪੰਜਾਬ ਦਾ ਮਾਹੌਲ ਕੁਝ ਲੋਕ ਖਰਾਬ ਕਰ ਸਕਦੇ ਨੇ, ਜਿਸ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਨੇ ਬਿਆਨ ਜਾਰੀ ਕਰਦੇ ਹੋਏ ਖੁਫੀਆ ਏਜੰਸੀਆਂ ਨੂੰ ਇਹ ਜਵਾਬ ਦਿੱਤਾ ਹੈ ਕਿ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ, ਸਗੋਂ ਏਜੰਸੀਆਂ ਨੂੰ ਹੀ ਖਤਰਾ ਹੋ ਸਕਦਾ ਹੈ। ਸ੍ਰੀ ਦਰਬਾਰ ਸਾਹਿਬ ਪਹੁੰਚੇ ਅੰਮ੍ਰਿਤਪਾਲ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਰਸਮੀ ਤੌਰ ਤੇ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਨਾਲ ਪੰਥਕ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਵੀ ਵਿਚਾਰ ਚਰਚਾ ਹੋਈ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਸ ਮੁਲਾਕਾਤ ਦੇ ਕਈ ਸਾਰੇ ਮਾਇਨੇ ਕੱਢੇ ਜਾ ਰਹੇ ਹੈ। ਦੱਸ ਦਈਏ ਕਿ ਅਜਨਾਲਾ ਥਾਣੇ ਦੇ ਘਿਰਾਓ ਮਗਰੋਂ ਅੰਮ੍ਰਿਤਪਾਲ ਸਿੰਘ ਕਾਫੀ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਇੱਕ ਵਾਰ ਫਿਰ ਪੱਤਰਕਾਰਾਂ ਦੇ ਰੂਬਰੂ ਹੋਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਪੰਥਕ ਮੁੱਦਿਆਂ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਜਥੇਦਾਰ ਸਾਹਿਬ ਨਾਲ ਜਿਹੜੀ ਮੁਲਾਕਾਤ ਉਹ ਪੰਥਕ ਵਿਚਾਰਾਂ ਹੋਈਆਂ, ਪੰਥ ਦੇ ਮਸਲਿਆਂ ਤੇ ਪੰਜਾਬ ਦੀ ਨੌਜਵਾਨੀ ਦੇ ਮਸਲਿਆਂ ਤੇ ਗੱਲਬਾਤ ਹੋਈ ਹੈ ਔਰ ਮੈਨੂੰ ਲੱਗਦਾ ਵੀ ਇਹਨੂੰ ਇੱਥੋਂ ਤੱਕ ਸੀਮਿਤ ਰੱਖਣਾ ਚਾਹੀਦਾ ਹੈ। ਦਰਬਾਰ ਸਾਹਿਬ ਆਏ ਸੀ ਤੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਕੀ ਖਾਸ ਮੁੱਦਾ ਰਿਹਾ ਜੀ? ਨਹੀਂ, ਖਾਸ ਮੁੱਦਾ ਸਾਡੀ ਨੌਜਵਾਨੀ ਦਾ ਹੀ ਰਿਹਾ ਜੀ। ਕੋਈ ਮੈਨੂੰ ਲੱਗਦਾ ਵੀ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੁਲਾਕਾਤ ਆ, ਉਹ ਮੁਲਾਕਾਤ ਸਿੱਖਾਂ ਵਾਸਤੇ ਕੋਈ ਏਡੀ ਸੈਂਸੇਸ਼ਨ ਦਾ ਮੁੱਦਾ ਨਹੀਂ ਹੋਣਾ, ਸੈਂਸੇਸ਼ਨ ਦਾ ਮੁੱਦਾ ਨਹੀਂ ਹੋਣਾ ਚਾਹੀਦਾ। ਸੋ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿਚਾਰ ਚਰਚਾ ਜਿਹੜੀ ਹੁੰਦੀ ਰਹਿਣੀ ਚਾਹੀਦੀ। ਕਹਿੰਦਾ ਪਹਿਲੀ ਵਾਰ ਚਲੋ ਕਈ ਵਾਰ ਨਾ ਸਬਬ ਨਹੀਂ ਬਣਦਾ। ਅੱਗੇ ਦਰਬਾਰ ਸਾਹਿਬ ਆਏ, ਉਹ ਦਮਦਮਾ ਸਾਹਿਬ ਹੁੰਦੇ ਸੀ, ਅੱਜ ਇਸ ਕੁਦਰਤੀ ਸਬਬ ਬਹੁਤ ਸੋਹਣੀ ਗੱਲਬਾਤ ਹੋਈ। ਜਾਂਚ ਕਮੇਟੀ ਜਦੋਂ ਬਣ ਗਈ ਹੈ ਉਹ ਤੇ ਜਾਂਚ ਕਮੇਟੀ ਆਪਣਾ ਕੰਮ ਕਰੂਗੀ। ਇਹ ਤੇ ਜਥੇਦਾਰ ਸਾਹਿਬ ਨਾਲ ਸਾਡੀ ਫਾਰਮਲ ਪਹਿਲੀ ਵਾਰ ਮੁਲਾਕਾਤ ਹੋਈ। ਜਥੇਦਾਰ ਸਾਹਿਬ ਦੀ ਬੋਡੀ ਲੈਂਗੁਏਜ ਹੁੰਦੀ ਹੈ ਇੱਕ ਸਿੱਖ ਦੇ ਨਾਲ ਮੁਲਾਕਾਤ। ਇਹ ਬੜਾ ਇਹਨੂੰ ਸਸਪੈਂਸ਼ਨ ਸੈਂਸੇਸ਼ਨਲ ਨਾ ਬਣਾਓ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਵਾਪਰੇ ਅਜਨਾਲਾ ਘਟਨਾਕ੍ਰਮ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਇਸ ਮਾਮਲੇ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਹੈ ਅਤੇ ਅੰਮ੍ਰਿਤਪਾਲ ਨੇ ਹਾਲ ਹੀ ਵਿੱਚ ਇੱਕ ਬਿਆਨ ਵੀ ਦਿੱਤਾ ਸੀ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬੁਲਾਉਣਗੇ ਉਹ ਜ਼ਰੂਰ ਪੇਸ਼ ਹੋਣਗੇ। ਸੂਤਰਾਂ ਮੁਤਾਬਿਕ ਅੱਜ ਤੱਕ ਕਮੇਟੀ ਨੇ ਇਸ ਬਾਰੇ ਕੋਈ ਵੀ ਰਿਪੋਰਟ ਨਹੀਂ ਸੌਂਪੀ ਹੈ। ਇਸ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਹੈ। ਮਾਨ ਸਰਕਾਰ ਲਈ ਟ੍ਰੇਨਿੰਗ ਲਈ 30 ਪ੍ਰਿੰਸੀਪਲਾਂ ਦਾ ਦੂਜਾ ਬੈਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਹਰੀ ਝੰਡੀ ਦੇ ਕੇ ਸਿੰਗਾਪੁਰ ਲਈ ਰਵਾਨਾ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸੇ ਲੜੀ ਤਹਿਤ ਅੱਜ ਸਕੂਲ ਪ੍ਰਿੰਸੀਪਲਾਂ ਦੇ ਦੂਜੇ ਬੈਚ ਨੂੰ ਚੰਡੀਗੜ੍ਹ ਤੋਂ ਸਿੰਗਾਪੁਰ ਲਈ ਰਵਾਨਾ ਕੀਤਾ। ਸੀਐਮ ਮਾਨ ਨੇ ਅੱਜ ਸੈਕਟਰ 26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਤੋਂ ਦੂਜੇ ਬੈਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਹਨਾਂ ਨੇ ਪ੍ਰਿੰਸੀਪਲਾਂ ਦੇ ਨਾਲ ਮੁਲਾਕਾਤ ਕਰਕੇ ਕੁਝ ਗੱਲਬਾਤ ਵੀ ਸਾਂਝੀ ਕੀਤੀ ਹੈ। ਜੋ ਅਸੀਂ ਗਾਰੰਟੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਸੀ ਕਿ ਸਾਡੇ ਪੰਜਾਬ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਮਿਲੂਗੀ, ਉਹਨਾਂ ਨੂੰ ਵਰਲਡ ਕਲਾਸ ਐਜੂਕੇਸ਼ਨ ਮਿਲੂਗੀ। ਅਸੀਂ ਪੜ੍ਹਨ ਦੇ ਤੇ ਪੜ੍ਹਾਉਣ ਦੇ ਪੁਰਾਣੇ ਤਰੀਕਿਆਂ ਨੂੰ ਅਸੀਂ ਅਪਡੇਟ ਕਰਾਂਗੇ, ਬਦਲਾਂਗੇ। ਉਸੇ ਕੜੀ ਦੇ ਵਿੱਚ ਅੱਜ ਜਿਹੜਾ ਪ੍ਰਿੰਸੀਪਲਸ ਦਾ ਦੂਜਾ ਬੈਚ 30 ਪ੍ਰਿੰਸੀਪਲਸ ਦਾ ਦੂਜਾ ਬੈਚ ਅੱਜ ਸਿੰਗਾਪੁਰ ਲਈ ਰਵਾਨਾ ਹੋਇਆ। ਨੈਸ਼ਨਲ ਅਕੈਡਮੀ ਸਿੰਗਾਪੁਰ ਦੇ ਵਿੱਚ ਇਹਨਾਂ ਨੇ 4 ਮਾਰਚ ਤੋਂ ਲੈ ਕੇ 11 ਮਾਰਚ ਤੱਕ ਟ੍ਰੇਨਿੰਗ ਸੈਸ਼ਨ ਹੈ। 11 ਮਾਰਚ ਨੂੰ ਵਾਪਸ ਆ ਜਾਣਗੇ। ਤੇ ਮੈਂ ਮਿਲਿਆ ਸਾਰੇ ਪ੍ਰਿੰਸੀਪਲਸ ਨੂੰ, ਬਹੁਤ ਹੀ ਇੰਟੈਲੀਜੈਂਟ ਨੇ ਔਰ ਜਿਹੜਾ ਇਹਨਾਂ ਨੂੰ ਚੁਣਨ ਦਾ ਕ੍ਰਾਈਟੇਰੀਆ ਬਹੁਤ ਪਾਰਦਰਸ਼ੀ ਹੈ। ਇੱਕ 5 ਮੈਂਬਰੀ ਕਮੇਟੀ ਹੈ। ਨਾਲ ਇਹਨਾਂ ਨਾਲ ਅਸੀਂ ਇੱਕ ਐਗਰੀਮੈਂਟ ਵੀ ਸਾਈਨ ਕਰਦੇ ਹਾਂ ਕਿ ਤੁਹਾਨੂੰ ਅਸੀਂ ਪੰਜਾਬ ਦੇ ਵਿੱਚ ਆ ਕੇ ਤੁਹਾਨੂੰ ਕਿਸੇ ਵੀ ਸਕੂਲ ਦੇ ਵਿੱਚ ਅਸੀਂ ਅਪਾਇੰਟ ਕਰ ਸਕਦੇ ਹਾਂ। ਇਹ ਨਹੀਂ ਹੈ ਕਿ ਉਹ ਉੱਥੇ ਹੀ ਪੜ੍ਹਾਉਣਗੇ ਜਾਂ ਜੇ ਸਾਨੂੰ ਕਿਤੇ ਹੋਰ ਸਕੂਲ ਦੇ ਵਿੱਚ ਅੱਛੇ ਰਿਜ਼ਲਟ ਦੀ ਉਮੀਦ ਹੋਵੇ ਕਿ ਬੱਚੇ ਬਹੁਤ ਅੱਛੇ ਨੇ ਪਰ ਉੱਥੇ ਥੋੜ੍ਹਾ ਜੇ ਕਿਤੇ ਪ੍ਰਿੰਸੀਪਲ ਇਸ ਤਰ੍ਹਾਂ ਦੇ ਆ ਜਾਣ ਜਿਨ੍ਹਾਂ ਨੂੰ
ਟ੍ਰੇਨਿੰਗ ਹੋਈ ਹੈ ਤਾਂ ਸਕੂਲ ਹੋਰ ਵੀ ਬੈਟਰ ਕਰ ਸਕਦਾ। ਸੋ ਇਸ ਤਰ੍ਹਾਂ ਦਾ ਵੀ ਜਿਹੜਾ ਇਹਨਾਂ ਨਾਲ ਸਾਡੀ ਗੱਲ ਹੋਈ ਹੈ ਔਰ ਬਿਲਕੁਲ ਪਾਰਦਰਸ਼ੀ ਹੈ। ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਸਾਡਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਨਾਂ ਦੇ ਸਾਰੇ ਅਧਿਕਾਰੀ ਨੇ ਉਹ ਇਸੇ ਕੰਮ ਤੇ ਲੱਗੇ ਹੋਏ ਨੇ। ਕੋਈ ਵੀ ਮੈਂ ਪੰਜਾਬ ਦੀ ਜਨਤਾ ਨੂੰ, ਪੰਜਾਬ ਦੇ ਲੋਕਾਂ ਨੂੰ ਤੁਹਾਡੇ ਜ਼ਰੀਏ ਦੱਸਣਾ ਚਾਹੁੰਦਾ, ਕੋਈ ਸਿਫਾਰਿਸ਼ ਜਾਂ ਕੋਈ ਜਿਹੜਾ ਰਿਸ਼ਵਤ ਜਾਂ ਆਪਦੀ ਬਾਰੀ ਕੋਈ ਪਹਿਲਾਂ ਲਿਆਉਣ ਵਾਸਤੇ ਕੋਈ ਲੌਬਿੰਗ ਨਹੀਂ ਹੁੰਦੀ ਇੱਥੇ। ਨਾਲ ਹੀ ਤੁਹਾਨੂੰ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਸਿੰਗਾਪੁਰ ਲਈ ਭੇਜੇ ਜਾ ਰਹੀ ਇਸ ਦੂਜੇ ਬੈਚ ਦੇ ਵਿੱਚ 30 ਪ੍ਰਿੰਸੀਪਲ ਸ਼ਾਮਿਲ ਨੇ, ਜਿਨ੍ਹਾਂ ਦੀ 4 ਮਾਰਚ ਤੋਂ ਟ੍ਰੇਨਿੰਗ ਹੋਵੇਗੀ ਅਤੇ 11 ਮਾਰਚ ਨੂੰ ਇਹ ਬੈਚ ਭਾਰਤ ਵਾਪਸ ਪਰਤ ਆਏਗਾ। ਗੌਰਤਲਬ ਹੈ ਕਿ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ 4 ਫਰਵਰੀ ਨੂੰ ਸਿੰਗਾਪੁਰ ਲਈ ਰਵਾਨਾ ਹੋਇਆ ਸੀ। 6 ਫਰਵਰੀ ਤੋਂ 10 ਫਰਵਰੀ ਤੱਕ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਸੀ। ਇਹਨਾਂ ਪ੍ਰਿੰਸੀਪਲਾਂ ਦੀ 11 ਫਰਵਰੀ ਨੂੰ ਵਾਪਸੀ ਹੋਈ ਸੀ ਅਤੇ ਪ੍ਰਿੰਸੀਪਲਾਂ ਨੇ ਵਿਸ਼ੇਸ਼ ਸਿਖਲਾਈ ਵੀ ਹਾਸਲ ਕੀਤੀ ਸੀ, ਜਿਸ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇਗਾ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਗਾਤਾਰ ਜਾਰੀ ਹੈ। ਇਸ ਦੌਰਾਨ ਮੋਰਚੇ ਵੱਲੋਂ ਸਮੂਲਿਤ ਕਰਨ ਵਾਲੀ ਸੰਗਤ ਨੂੰ ਜ਼ਿਲ੍ਹਾ ਸੰਗਰੂਰ ਦੇ MP ਸਿਮਰਜੀਤ ਸਿੰਘ ਮਾਨ ਵੱਲੋਂ ਹੱਲਾਸ਼ੇਰੀ ਦਿੱਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ MP ਮਾਨ ਨੇ ਕੇਂਦਰ ਸਰਕਾਰ ਉੱਪਰ ਤਿੱਖੇ ਨਿਸ਼ਾਨੇ ਸਾਧੇ ਨੇ। ਸੰਵਿਧਾਨ ਮੁਤਾਬਿਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਅਤੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਵੱਖ-ਵੱਖ ਥਾਵਾਂ ਤੋਂ ਸੰਗਤਾਂ ਮੁਹਾਲੀ ਵੱਲ ਕੂਚ ਕਰ ਰਹੀਆਂ ਨੇ। ਇਸ ਦੌਰਾਨ ਭਵਾਨੀਗੜ੍ਹ ਨੇੜਲੇ ਪਿੰਡ ਫੱਗੂਵਾਲਾ ਵਿਖੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਮੁਹਾਲੀ ਜਾ ਰਹੀ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦਾ ਸਨਮਾਨ ਕੀਤਾ ਗਿਆ ਅਤੇ ਉਹਨਾਂ ਨੂੰ ਹੱਲਾਸ਼ੇਰੀ ਵੀ ਦਿੱਤੀ ਗਈ ਹੈ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ MP ਮਾਨ ਨੇ ਜਿੱਥੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਖਾਲਿਸਤਾਨ ਬਣਾਉਣ ਤੇ ਆਪਣਾ ਪੱਖ ਸਾਹਮਣੇ ਰੱਖਿਆ, ਉੱਥੇ ਹੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਬੋਲਣ ਦਾ ਮੌਕਾ ਨਾ ਦੇਣ ਨੂੰ ਲੈ ਕੇ ਵੀ ਆਪਣਾ ਇਤਰਾਜ਼ ਜ਼ਾਹਰ ਕੀਤਾ ਹੈ। ਉਹਨਾਂ ਦੀ ਸਰਕਾਰ ਵਜੋਂ ਮੈਂ ਆਇਆ ਜੀ। ਸਾਡੀ ਸਾਰੀ ਪਾਰਟੀ ਇੱਥੇ ਹੈਗੀ ਹੈ ਤੇ ਬਹੁਤ ਵੱਡਾ ਮੋਰਚਾ ਸਿੱਖਾਂ ਦਾ, ਕਿਉਂ ਕਰਕੇ 2015 ਤੋਂ ਬਾਅਦ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ ਹੈ ਤੇ 328 ਮਹਾਰਾਜ ਦੇ ਸਰੂਪ ਹੇਰਾ ਫੇਰੀ ਕਰਤੀ ਹੈ, ਗਵਾਤੇ ਹੈ ਜਾਂ ਵੇਚਤੇ ਹੈ ਤੇ SGPC ਦੇ ਇਲੈਕਸ਼ਨ 12 ਸਾਲ ਤੋਂ ਨਹੀਂ ਹੋ ਰਹੇ, ਜਦਕਿ ਕਾਨੂੰਨ ਦੇ ਮੁਤਾਬਕ ਹਰੇਕ 5 ਸਾਲ ਬਾਅਦ ਇਹ ਇਲੈਕਸ਼ਨ ਹੋਣੇ ਚਾਹੀਦੇ। ਪਤਾ ਨਹੀਂ ਕੀ ਅੱਤਵਾਦੀ ਹੈ ਸਿੱਖ, ਕੀ ਇਹ ਇਸ ਤਰ੍ਹਾਂ ਦੀ ਸ਼ਬਦ ਸਾਡੇ ਖਿਲਾਫ ਇੰਡੀਆ ਦੀ ਪ੍ਰੈਸ ਬੇਸ਼ੱਕ ਕਿਸੇ ਜ਼ਬਾਨ ਦੀ ਹੋਵੇ, ਸਾਨੂੰ ਫੀਲ ਹੋ ਰਿਹਾ ਹੈ ਕਿ ਸਾਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ ਤੇ ਫਿਰ ਖਾਲਿਸਤਾਨ ਦੀ ਗੱਲ ਹੋ ਰਹੀ ਹੈ। ਤੇ ਜੇ ਤੁਸੀਂ ਇਸ ਤਰ੍ਹਾਂ ਸਾਨੂੰ ਅਲੱਗਾ ਕਰ ਦੋਗੇ ਪ੍ਰੈਸ ਦੇ ਰਾਹੀਂ, ਫਿਰ ਜਿਹੜੇ ਖਾਲਿਸਤਾਨ ਮੰਗਦੇ ਉਹਨਾਂ ਦਾ ਰਾਹ ਤਾਂ ਜ਼ਿਆਦਾ ਸੌਖਾ ਹੋ ਜਾਊਗਾ। ਫਿਰ ਇਹ ਕਹਿੰਦੇ ਹੈ, ਹਕੂਮਤ ਕਹਿੰਦੀ ਹੈ ਕਿ ਜਿਹੜੀ ਪਾਰਟੀ ਦੇ ਮੈਂਬਰ ਹੁੰਦੇ ਹੈ, ਜਿਨ੍ਹਾਂ ਦੇ ਪਾਰਟੀ ਦੇ ਮੈਂਬਰ ਹੁੰਦਾ ਉਹਦੇ ਮੁਤਾਬਕ ਤੁਹਾਨੂੰ ਟਾਈਮ ਦਿੱਤਾ ਜਾਂਦਾ ਹੈ, ਪਰ ਤੁਹਾਡੀ ਪਾਰਟੀ 'ਚ ਤਾਂ ਸਿਰਫ ਤੁਸੀਂ ਇੱਕ ਹੋ। ਫਿਰ ਇਹਦਾ ਮਤਲਬ ਹੈ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਜਿਨ੍ਹਾਂ ਦੀ ਬਹੁ ਗਿਣਤੀ ਹੈ ਉਹ ਤਾਂ ਸਾਡੇ ਵੀਰ ਹਿੰਦੂਆਂ ਦੀ ਹੈ। ਇਹਦਾ ਮਤਲਬ ਹੈ ਕਿ ਪਾਰਲੀਮੈਂਟ ਦੇ ਵਿੱਚ ਸਿਵਾਏ ਹਿੰਦੂ ਤੋਂ ਕੋਈ ਬੋਲ ਨਹੀਂ ਸਕਦਾ ਹੈਗਾ, ਨਾ ਉਹਨੂੰ ਟਾਈਮ ਦਿੱਤਾ ਜਾਂਦਾ। ਜੇ ਅਸੀਂ ਅੱਜ ਖਾਲਿਸਤਾਨ ਦੀ ਮੰਗ ਕਰਦੇ ਹਾਂ ਤੇ ਉਹ ਤਾਂ ਫਿਰ ਸਾਡੇ ਲਈ ਰਸਤਾ ਤੁਸੀਂ ਆਪ ਹੀ ਸਾਫ਼ ਕਰੀ ਜਾਂਦੇ ਹੋ, ਸਾਨੂੰ ਮਿਲਾਉਂਦੇ ਤਾਂ ਹੈ ਨਹੀਂ। ਤਾਂ ਫਿਰ ਰਸਤਾ ਜਦੋਂ ਆਪ ਹੀ ਸਾਫ਼ ਕਰਤਾ ਤੇ ਖਾਲਿਸਤਾਨ ਦਾ ਰਾਹ ਖੋਲ੍ਹਤਾ, ਫਿਰ ਤੁਸੀਂ ਪਿੱਟੋਗੇ। ਸੋ ਮੇਰਾ ਮਤਲਬ ਹੈ ਇਹ ਇਹਨਾਂ ਦੇ ਹਿੱਤ ਦੇ ਵਿੱਚ ਹੈ ਕਿ ਜੇ ਹੁਣ ਖਾਲਿਸਤਾਨ ਬਣ ਜਾਏ। ਜ਼ਿਕਰ ਕਰ ਦਈਏ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਨਾਲ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਖਾਲਿਸਤਾਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੱਦਾ ਹੋਰ ਕੀ ਨਵਾਂ ਮੋੜ ਲੈਂਦਾ ਹੈ। ਅੱਜ ਤੋਂ ਸ਼ੁਰੂ ਹੋਏ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਤੇ ਜਿੱਥੇ ਵਿਰੋਧੀ ਪਾਰਟੀ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ, ਉੱਥੇ ਹੀ ਪੰਜਾਬੀਆਂ ਵੱਲੋਂ ਵੀ ਮਾਨ ਸਰਕਾਰ ਦੇ ਇਸ ਬਜਟ ਤੋਂ ਕਈ ਉਮੀਦਾਂ ਜਤਾਈਆਂ ਜਾ ਰਹੀਆਂ ਨੇ। ਇਸੇ ਦੌਰਾਨ ਰੂਪਨਗਰ ਦੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਹਿੰਗੀਆਂ ਹੋਈਆਂ ਜ਼ਰੂਰਤਾਂ ਦੀਆਂ ਚੀਜ਼ਾਂ ਦੇ ਭਾਅ ਘਟਣੇ ਚਾਹੀਦੇ ਨੇ। ਨਾਲ ਹੀ ਇਹ ਵੀ ਮੰਗ ਕੀਤੀ ਹੈ ਕਿ ਸਿਲੰਡਰ ਦੇ ਵਧੇ ਰੇਟਾਂ ਵਿੱਚ ਵੀ ਕਮੀ ਆਉਣੀ ਚਾਹੀਦੀ ਹੈ।
ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ 16ਵੀਂ ਪੰਜਾਬ ਵਿਧਾਨ ਸਭਾ ਦੇ ਚੌਥੇ ਬਜਟ ਸਮਾਗਮ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਗਵਰਨਰ ਵੱਲੋਂ ਸਰਕਾਰ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ ਗਿਆ। ਉੱਥੇ ਹੀ ਜੇਕਰ ਆਮ ਜਨਤਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਪਹਿਲੇ ਪੇਸ਼ ਕੀਤੇ ਜਾਣ ਵਾਲੇ ਬਜਟ ਨੂੰ ਲੈ ਕੇ ਲੋਕਾਂ ਨੂੰ ਕਈ ਸਾਰੀਆਂ ਉਮੀਦਾਂ ਨੇ। ਪੰਜਾਬ ਸਰਕਾਰ ਨੇ ਜੋ ਵੱਡੇ ਦਾਅਵੇ ਕੀਤੇ ਸੀ, ਉਮੀਦ ਹੈ ਕਿ ਇਸ ਬਜਟ ਦੇ ਵਿੱਚ ਸਰਕਾਰ ਪੂਰੇ ਕਰੇਗੀ। ਬਜਟ ਤੋਂ ਇਹ ਉਮੀਦਾਂ ਰੱਖਦੇ ਆ, ਪਹਿਲੇ ਤਾਂ ਖਾਣੇ ਪੀਣੇ ਦੀ ਚੀਜ਼ਾਂ ਵਿੱਚ ਥੋੜ੍ਹਾ ਜਿਹਾ ਘਾਟਾ ਹੋਣਾ ਚਾਹੀਦਾ, ਸਿਲੰਡਰ ਦੇ ਰੇਟ ਵੀ ਘਟਣੇ ਚਾਹੀਦੇ ਆ, ਹੋਰ ਵੀ ਜਿਹੜੀਆਂ ਜ਼ਰੂਰਤ ਦੀ ਚੀਜ਼ਾਂ ਉਹਨਾਂ ਵਿੱਚ ਕਮੀ ਆਣੀ ਚਾਹੀਦੀ। ਤਾਂ ਹੀ ਅਸੀਂ ਸੋਚਾਂਗੇ ਕਿ 92 MLA ਜਿੱਤ ਕੇ ਇਹਨਾਂ ਨੇ ਸਾਡੇ ਬਾਰੇ ਕੁਝ ਸੋਚਿਆ, ਕਿਉਂਕਿ ਇਹ ਕਹਿੰਦੇ ਸੀ ਪੰਜਾਬ ਬਾਰੇ ਅਸੀਂ ਸੋਚਾਂਗੇ, ਪੰਜਾਬ ਵਿੱਚ ਚੀਜ਼ ਸਸਤੀ ਕਰਾਂਗੇ। ਹੁਣ ਸਾਨੂੰ ਪਤਾ ਲੱਗੇਗਾ ਪਹਿਲੇ ਬਜਟ ਵਿੱਚ ਇਹਨਾਂ ਨੇ ਕੀ ਕੀਤਾ। ਨਾ ਹੀ ਇਹਨਾਂ ਨੇ ਹਜ਼ਾਰ ਰੁਪਈਆ ਔਰਤਾਂ ਨੂੰ ਦਿੱਤਾ, ਕਹਿੰਦੇ ਸੀ 18 ਸਾਲ ਤੋਂ ਉੱਪਰ ਜਿੰਨੀਆਂ ਵੀ ਔਰਤਾਂ ਹੈਗੀਆਂ ਉਹਨਾਂ ਨੂੰ ਸਭ ਨੂੰ ਹਜ਼ਾਰ ਮਿਲੂਗਾ, ਉਹ ਵੀ ਅੱਜ ਤੱਕ ਨਹੀਂ ਦਿੱਤਾ। ਪਹਿਲਾਂ ਤਾਂ ਇਹ ਹੈ ਕਿ ਬਹੁਤ ਉਮੀਦਾਂ ਪੰਜਾਬ ਸਰਕਾਰ ਤੋਂ 1 ਸਾਲ ਹੋ ਜਾਣਾ, 10 ਤਰੀਕ ਨੂੰ ਸਹੁੰ ਚੱਕੀ ਸੀ ਤੇ ਬੜਾ ਲੋਕਾਂ ਨੂੰ ਭਰੋਸਾ ਦਵਾਇਆ ਸੀ ਕਿ ਅਸੀਂ ਔਰਤਾਂ ਵਾਸਤੇ ਜਾਂ ਘਰੇਲੂ ਖਾਣ ਦੀ ਪੀਣ ਦੀਆਂ ਚੀਜ਼ਾਂ ਹੋਵੇ ਤੇ ਹੋਰ ਬੜੀਆਂ ਸਹੂਲਤਾਂ ਦਵਾਂਗੇ। ਤੇ ਇੱਕ ਕਿਹਾ ਸੀ ਕਿ ਲੇਡੀਜ਼ ਨੂੰ ਹਰ ਇੱਕ 18 ਸਾਲ ਤੋਂ ਉੱਪਰ ਨੂੰ 1000 ਰੁਪਏ ਦਿੱਤਾ ਜਾਊਗਾ। ਸਾਲ ਹੋ ਗਿਆ ਤੇ ਹਰ ਇੱਕ ਔਰਤ ਚਾਹੁੰਦੀ ਹੈ ਕਿ ਅੱਧੀਆਂ ਜਦ ਤੱਕ ਸਰਕਾਰ ਨੇ ਇਹ ਕਿਹਾ ਸੀਗਾ ਕਿ ਸਾਨੂੰ ਲੇਡੀਜ਼ ਨੇ ਜ਼ਿਆਦਾ ਵੋਟਾਂ ਪਾਈਆਂ ਕਿ ਅਸੀਂ 1000 ਰੁਪਈਆ ਦੇ ਰਹੇ ਹਾਂ ਕਿ ਕੁਛ ਤਾਂ ਫਾਇਦਾ ਹੋਊਗਾ 1000 ਰੁਪਏ ਦਾ ਲੇਡੀ ਵਾਸਤੇ। ਤੇ ਹੁਣ ਦੇਖਦੇ ਹਾਂ, ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਦੇਖੋ ਲੇਡੀਜ਼ ਨੂੰ ਕੀ, ਜਨਾਨੀਆਂ ਨੂੰ, ਭੈਣਾਂ ਨੂੰ ਕੀ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ ਕਿਹੜੀ ਚੀਜ਼ ਸਸਤੀ ਕੀਤੀ ਜਾਊਗੀ ਕਿ ਔਰਤਾਂ ਨੂੰ ਫਾਇਦਾ ਹੋ ਸਕੇ ਤੇ 1000 ਰੁਪਈਆ ਕਦੋਂ ਤੱਕ ਪਾਇਆ ਜਾਊਗਾ ਖਾਤਿਆਂ 'ਚ। ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਆਹ ਸਿਲੰਡਰਾਂ ਦੇ ਰੇਟ ਵਧੇ ਨੇ? ਇਹੀ ਅਪੀਲ ਹੈ ਕਿ ਤੁਸੀਂ ਥੋੜਾ ਸੋਚੋ, ਸਾਡੇ ਬਾਰੇ ਵੀ ਸੋਚੋ। ਲੋਕਾਂ ਨੇ ਬੜਾ ਤੁਹਾਨੂੰ ਉਮੀਦ ਦੇ ਨਾਲ ਵੋਟਾਂ ਪਾਈਆਂ ਸੀਗੀਆਂ ਕਿ ਕੁਛ ਇਹ ਰਿਆਤ ਕਰੂੰਗੇ ਤੇ ਪਰ ਰਿਆਤ ਨਹੀਂ ਦਿਖ ਰਹੀ। ਤੇ ਸਾਨੂੰ ਪੂਰੀ ਉਮੀਦ ਹੈ ਕਿ ਪੰਜਾਬ ਸਰਕਾਰ ਪੰਜਾਬ ਵਾਸਤੇ ਕੁਛ ਨਾ ਕੁਛ ਜ਼ਰੂਰ ਕਰੇਗੀ। ਇੱਥੇ ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਅੱਜ ਯਾਨੀ ਕਿ 3 ਮਾਰਚ ਨੂੰ ਹੋ ਚੁੱਕੀ ਹੈ, ਜੋ ਕਿ 24 ਮਾਰਚ ਤੱਕ ਚੱਲੇਗਾ ਅਤੇ 10 ਮਾਰਚ ਨੂੰ ਪੰਜਾਬ ਸਰਕਾਰ ਆਪਣਾ ਬਜਟ ਪੇਸ਼ ਕਰੇਗੀ। ਵੇਖਣਾ ਹੋਵੇਗਾ ਕਿ ਪੰਜਾਬੀਆਂ ਦੇ ਵੱਲੋਂ ਜੋ ਪੰਜਾਬ ਸਰਕਾਰ ਤੋਂ ਬਜਟ ਦੇ ਵਿੱਚ ਉਮੀਦਾਂ ਲਗਾਈਆਂ ਗਈਆਂ ਨੇ ਕਿ ਮਾਨ ਸਰਕਾਰ ਉਹਨਾਂ ਉਮੀਦਾਂ ਤੇ ਖਰੀ ਉਤਰ ਪਾਉਂਦੀ ਹੈ ਜਾਂ ਫਿਰ ਨਹੀਂ। ਜਾਂਦੇ ਇੱਕ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ। ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਦਿੱਤਾ ਭਾਸ਼ਣ। ਪ੍ਰਤਾਪ ਬਾਜਵਾ ਨੇ ਚੁੱਕੇ ਸਵਾਲ। ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਪਾਰਟੀ ਵੱਲੋਂ ਵਾਕਆਊਟ। ਰਾਜਪਾਲ ਦੇ ਮੇਰੀ ਸਰਕਾਰ ਸ਼ਬਦ ਤੇ ਚੁੱਕੇ ਸਵਾਲ। ਰਾਜਾ ਵੜਿੰਗ ਨੇ ਵੀ ਦਿੱਤਾ ਆਪਣਾ ਪ੍ਰਤੀਕਰਮ। ਭਾਈ ਅੰਮ੍ਰਿਤਪਾਲ ਪਹੁੰਚੇ ਸ੍ਰੀ ਅੰਮ੍ਰਿਤਸਰ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ। ਕਿਹਾ ਪੰਥਕ ਮੁੱਦਿਆਂ ਤੇ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਹੋਈ ਵਿਚਾਰ ਚਰਚਾ। ਪੰਜਾਬ ਸਰਕਾਰ ਵੱਲੋਂ ਟ੍ਰੇਨਿੰਗ ਲਈ 30 ਪ੍ਰਿੰਸੀਪਲਾਂ ਦਾ ਦੂਜਾ ਬੈਚ ਸਿੰਗਾਪੁਰ ਲਈ ਰਵਾਨਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹਰੀ ਝੰਡੀ। ਕਿਹਾ ਇੱਕ 5 ਮੈਂਬਰੀ ਕਮੇਟੀ ਕਰਦੀ ਪ੍ਰਿੰਸੀਪਲਾਂ ਦੀ ਚੋਣ। ਅੱਜ ਦੇ ਪੰਜਾਬ ਬੁਲਟਨ ਵਿੱਚ ਇੰਨਾ ਹੀ। ਕੱਲ੍ਹ ਫਿਰ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।